ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਚੀਨ ਦੇ ਖਿਲਾਫ ਨੈਗੇਟਿਵ ਪ੍ਰੋਪਗੈਂਡੇ ਦੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਮੋਦੀ ਮੇਡ ਇਨ ਇੰਡੀਆ ਦੀ ਰੱਟ ਲਗਾ ਰਿਹਾ ਹੈ, ਉੱਥੇ ਚੀਨ ਵਿੱਚ ਐਸਟੈਬਲਿਸ਼ਡ ਕੰਪਨੀਆਂ ਨੂੰ ਭਾਰਤ ਵਿੱਚ ਲਿਆਉਣ ਲਈ ਵੀ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਇਸ ਦੇ ਉੱਤੇ ਕੁਝ ਗੱਲਬਾਤ ਕੀਤੀ ਹੈ ਕਿ ਇਉਂ ਲੱਗਦਾ ਹੈ ਜਿਵੇਂ ਇੱਕ ਸਟੇਜ ਦੇ ਉੱਤੇ ਮਿਡਲ ਈਸਟ ਜਿਹੜਾ ਹੈ ਉਹ ਇੰਟਰਨੈਸ਼ਨਲ ਜਿਹੜੀਆਂ ਦੋਨੋਂ ਹੀ ਸੁਪਰ ਪਾਵਰਸ ਉੱਭਰੀਆਂ ਸੈਕੰਡ ਵਰਲਡ ਵਾਰ ਤੋਂ ਬਾਅਦ, ਸੋਵੀਅਤ ਯੂਨੀਅਨ ਔਰ ਅਮਰੀਕਾ, ਉਹਨਾਂ ਦੀ ਲੜਾਈ ਦਾ ਮਰਕਜ਼ ਮਿਡਲ ਈਸਟ ਸੀ, ਜਿੱਥੇ ਅਮਰੀਕਾ ਫੁੱਲੀ ਇਜ਼ਰਾਈਲ ਨੂੰ ਸਪੋਰਟ ਕਰਦਾ ਸੀ। ਸੋਵੀਅਤ ਯੂਨੀਅਨ ਫਲਸਤੀਨੀ ਕਾਰਡ ਦੇ ਥੱਲੇ ਜਿਹੜਾ ਹੈ ਉਹ ਆਪਣਾ ਸੌਦਾ ਵੇਚਦਾ ਸੀ। ਸੋ ਹੌਲੀ ਹੌਲੀ ਜਦੋਂ ਤੋਂ ਇੱਕ ਤਾਂ ਡਿਪੈਂਡੈਂਸ ਵੀ ਘਟ ਗਈ ਆਇਲ ਦੇ ਮਾਮਲੇ 'ਚ, ਅਮਰੀਕਾ ਸੈਲਫ ਸਫੀਸ਼ੀਐਂਟ ਹੈ, ਰਾਦਰ ਐਕਸਪੋਰਟ ਕਰਦਾ ਹੈ, ਔਰ ਦੁਨੀਆ ਦੇ ਵਿੱਚ ਅਲਟਰਨੇਟ ਹੋਰ ਵੀ ਜਿਹੜੇ ਨੇ ਸਾਊਥ ਅਮਰੀਕਾ 'ਚ ਜਿਵੇਂ ਵੈਨਜ਼ੂਏਲਾ ਹੈ ਉਹ ਡਿਵੈਲਪ ਹੋਇਆ ਆਇਲ ਦੇ ਤੌਰ ਦੇ ਉੱਤੇ। ਔਰ ਕੁੱਲ ਮਿਲਾ ਕੇ ਇਜ਼ਰਾਈਲ ਇੰਨਾ ਕੁ ਪਾਵਰਫੁਲ ਆਪਣੇ ਆਪ 'ਚ ਹੀ ਹੋ ਗਿਆ। ਬੇਸ਼ੱਕ ਅਮਰੀਕਾ ਦੀ ਪੁਸ਼ਤਪਨਾਹੀ ਅਜੇ ਵੀ ਹੈ, ਪਰ ਅਮਰੀਕਾ ਨੇ ਦੇਖਿਆ ਕਿ ਵੀ ਹੁਣ ਇਜ਼ਰਾਈਲ ਆਫ ਇਟਸ ਓਨ ਵੀ ਜਿਹੜਾ ਉਹ ਜਾ ਸਕਦਾ ਔਰ ਜਾਂਦਾ ਹੈ ਕੁਝ ਮਾਮਲਿਆਂ 'ਚ, ਜਿਵੇਂ ਵੈਪਨ ਸੈਲਿੰਗ ਦੁਨੀਆ ਦੇ ਜਿਹੜੇ 6 ਵੱਡੇ ਦੇਸ਼ ਨੇ ਉਹਨਾਂ 'ਚ ਇਜ਼ਰਾਈਲ ਆ ਗਿਆ। ਸੋ ਇਸ ਸਾਰੇ ਦੇ ਵਿੱਚ ਜਿਹੜੇ ਨੇ ਲੜਾਈ ਦੇ ਐਂਗਲ, ਕਿਉਂਕਿ ਕੁੱਲ ਮਿਲਾ ਕੇ ਬੇਸ਼ੱਕ ਅਸੀਂ ਪਿਛਲੀ ਹਿਸਟਰੀ ਨੂੰ ਦੇਖੀਏ ਤੇ ਉਹ ਗੱਲ ਪੈਸੇ ਦੇ ਉੱਤੇ ਹੀ ਆ ਕੇ ਮੁੱਕਦੀ ਹੈ। ਹਾਲਾਂ ਹੈ ਤਾਂ ਇਹ ਕਈਆਂ ਨੂੰ ਅਫੈਂਡਿੰਗ ਵੀ ਲੱਗੇਗਾ ਹੈ, ਪਰ ਸਾਡੇ ਖਿੱਤੇ 'ਚ ਕਈ ਵਾਰੀ ਇਹ ਵੀ ਜਦੋਂ ਕਿਤੇ ਭੈਣ ਭਰਾ ਆਪਸ ਦੇ ਵਿੱਚ ਅਦਾਲਤਾਂ 'ਚ ਪਹੁੰਚ ਜਾਂਦੇ ਸੀ ਜਾਇਦਾਦਾਂ ਦੇ ਝਗੜੇ ਨੂੰ ਲੈ ਕੇ ਇੱਕ ਦੂਸਰੇ ਦੇ, ਖਾਸ ਤੌਰ ਤੇ ਜਦੋਂ ਵਿਮਨ ਨੂੰ ਰਾਈਟ ਮਿਲਿਆ ਪ੍ਰਾਪਰਟੀ ਦਾ, ਤਾਂ ਆਮ ਦੇਖਿਆ ਗਿਆ ਕਿ ਭਾਈ ਜੇ ਭੈਣ ਨਾ ਵੀ ਜਾਣਾ ਚਾਹੇ ਤੇ ਉਹਦਾ ਘਰ ਵਾਲਾ ਲੈ ਜਾਂਦਾ ਸੀ ਉਹਨੂੰ, ਕਿ ਵੀ ਚੱਲ ਆਪਣਾ ਹਿੱਸਾ ਲੈ ਭਰਾਵਾਂ ਤੋਂ। ਤੇ ਅਕਸਰ ਇਹ ਜੁਮਲਾ ਜਿਹੜਾ ਉਹ ਕਾਫੀ ਕੋਟ ਹੁੰਦਾ ਸੀ ਕਿ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ, ਕਿ ਵੀ ਇਹ ਭੈਣ ਭਰਾ ਵੱਡੇ ਨਹੀਂ ਹੈਗੇ, ਲੈ ਦੇ ਕੇ ਰੁਪਈਆ ਹੀ ਵੱਡਾ ਹੈ। ਵੈਸੇ ਜੇ ਗਲੋਬਲ ਪੋਲਿਟਿਕਸ ਵੀ ਦੇਖੀਏ, ਅਲਟੀਮੇਟਲੀ ਇਹ ਪੈਸੇ ਦੀ ਖੇਡ ਹੈ ਔਰ ਇਸ ਸਾਰੇ ਦੇ ਦੁਆਲੇ ਇਹ ਘੁੰਮਦਾ ਹੈ। ਦੁਸ਼ਮਣ ਕਿਹਨੂੰ ਖੜਾ ਕਰਨਾ ਹੈ, ਕਿਹਨੂੰ ਬਿਲਟ ਕਰਨਾ ਹੈ, ਦੁਸ਼ਮਣ ਹੈ ਕੌਣ, ਉਹਦੇ ਬਹਾਨੇ ਕੁੱਟਣਾ ਕਿਹਨੂੰ ਹੈ, ਸੇਕ ਕਿਹਨੂੰ ਪਹੁੰਚਾਣਾ। ਔਰ ਇਸ ਸਾਰੇ ਚੋਂ ਫਿਰ ਇਹ ਵੀ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਕਈ ਵਾਰ ਜਿਹੜੇ ਆਪਣੇ ਕਿਸੇ ਦੁਸ਼ਮਣ ਦੇ ਨਾਲ ਲੜ ਰਹੇ ਹੁੰਦੇ ਨੇ ਕਿ ਮੇਰਾ ਦੁਸ਼ਮਣ ਹੈ, ਉਹਦੀ ਸ਼ਹਿ ਕਿਸੇ ਹੋਰ ਪਾਸਿਓਂ ਹੁੰਦੀ ਹੈ ਤੇ ਅਲਟੀਮੇਟਲੀ ਉਹ ਸ਼ਹਿ ਵਾਲਾ ਪਾਸੇ ਹਟ ਜਾਂਦਾ ਤੇ ਜੁੱਤੀਆਂ ਫਿਰ ਉਦੋਂ ਹੀ ਪੈ ਜਾਂਦੀਆਂ ਜਿਹੜਾ ਅੱਗੇ ਹੁੰਦਾ ਹੈ। ਇਸ ਤੋਂ ਵੀ ਸਾਡੀ ਜ਼ੁਬਾਨ ਦੇ ਵਿੱਚ ਇੱਕ ਜੁਮਲਾ ਹੈ ਕਿ ਬਗਾਨੀ ਸ਼ਹਿ ਤੇ ਮੁੱਛ ਬਣਾਉਣਾ, ਕਿ ਵੀ ਇਹ ਜਿਹੜੀ ਸ਼ਹਿ ਨੇ ਦੇ ਕੇ ਜੀ ਮੁੱਛ ਤਾਂ ਰਹਿ ਵੀ ਮੁੱਛ ਦਾ ਰੌਲਾ ਹੈ, ਤੇ ਬਾਅਦ ਇਹ ਪਤਾ ਲੱਗਾ ਵੀ ਮੁੱਛ ਹੀ ਨਾਲ ਨਹੀਂ ਰਹੀ, ਥੱਲੇ ਤਾਂ ਹੋਣ ਦੇ ਤਾਂ ਪਿੱਛੇ ਰਹਿ ਗਈ ਗੱਲ। ਸੋ ਮੈਨੂੰ ਇਹ ਲੱਗਦਾ ਜਦੋਂ ਮੈਂ ਇਹ ਸਾਰੇ ਈਵਨ ਜੁਮਲੇ ਵੀ ਇਸਤੇਮਾਲ ਕਰ ਰਿਹਾ ਤੇ ਮੇਰਾ ਧਿਆਨ ਹੈ ਵੀ ਇਹ ਭਾਰਤ ਜਿਹੜਾ ਹੈ ਇਹਦਾ ਕੱਲ ਕੀ ਹੋਏਗਾ। ਜਿਸ ਕਿਸਮ ਦਾ ਇਹ ਅਮਰੀਕਾ ਦੀ ਸ਼ਹਿ ਦੇ ਉੱਤੇ ਪਹਿਲਾਂ ਇਹਨਾਂ ਨੇ ਕਿਸ ਕਿਸਮ ਦਾ, ਚਲੋ ਜੇ ਪਿਛਲੇ ਇਹਨਾਂ ਦੇ ਪੀਰੀਅਡ ਦੀ ਗੱਲ ਕਰੀਏ ਤੇ ਉਹਦੇ 'ਚ ਨਹਿਰੂ ਬੇਸ਼ੱਕ ਸਿੱਖਾਂ ਦੇ ਮਾਮਲੇ 'ਚ ਤਾਂ ਇਹ ਨਫ਼ਰਤ ਨਾਲ ਹੀ ਭਰੇ ਹੋਏ ਸੀ, ਲੇਕਿਨ ਘੱਟੋ ਘੱਟ ਉਹਨੇ ਭਾਰਤ ਦੇ ਹਿੱਤ ਦੇ ਲਈ ਇਹ ਜਿਹੜੀ ਨਾਨ ਅਲਾਈਨਡ ਮੂਵਮੈਂਟ ਦੇ ਨਾਂ ਥੱਲੇ ਥੋੜਾ ਬਹੁਤ ਇਹ ਰੱਖਿਆ ਵੀ ਸੋਵੀਅਤ ਯੂਨੀਅਨ ਤੋਂ ਵੀ ਆਪਣਾ ਫਾਇਦਾ ਚੁੱਕ ਲੈਂਦੇ ਸੀ, ਅਮਰੀਕਾ ਤੋਂ ਵੀ ਚੁੱਕ ਲੈਂਦੇ ਸੀ, ਭਾਵੇਂ ਜਿਹੜਾ ਉਹ ਝੁਕਾਅ ਸੋਵੀਅਤ ਯੂਨੀਅਨ ਵੱਲ ਸੀ, ਲੇਕਿਨ ਅਮਰੀਕਾ ਵੀ ਪੂਰੀ ਤਰ੍ਹਾਂ ਨਹੀਂ ਸੀ ਚਾਹੁੰਦਾ ਕਿ ਵੀ ਇਹ ਜਾ ਕੇ ਸੋਵੀਅਤ ਯੂਨੀਅਨ ਦੀ ਝੋਲੀ 'ਚ ਡਿਗੇ। ਔਰ ਕਮਿਊਨਿਜ਼ਮ ਦਾ ਹਾਲਾਂ ਬਹੁਤ ਸਾਰੀਆਂ ਨੀਤੀਆਂ ਨਹਿਰੂ ਦੇ ਮਰਨ ਤੋਂ ਬਾਅਦ ਇੰਦਰਾ ਗਾਂਧੀ ਨੇ ਪਿਓ ਦੀ ਲਾਈਨ ਤੋਂ ਡਿਵੀਏਟ ਹੁੰਦੇ ਆ ਪ੍ਰੋ ਸੋਵੀਅਤ ਲਈਆਂ। ਔਰ ਉਹਦੇ 'ਚ ਵੱਡੀ ਉਦਾਹਰਣ ਸੀ ਕਿ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ, ਹਮਲਾ ਕੀਤਾ, ਤੇ ਥਰੂ ਆਊਟ ਜਦੋਂ ਤੱਕ 1999 ਚੋਂ ਤੱਕ 10 ਸਾਲ ਸੋਵੀਅਤ ਯੂਨੀਅਨ ਡਿਫੀਟ ਨਹੀਂ ਹੋਇਆ ਔਰ ਉਹਦਾ ਆਪਣੇ 15 ਟੁਕੜੇ ਨਹੀਂ ਹੋਏ। ਇੰਦਰਾ ਗਾਂਧੀ ਮੁਕੰਮਲ ਹਮਾਇਤ ਦੇ ਵਿੱਚ ਸੀ ਸੋਵੀਅਤ ਯੂਨੀਅਨ ਦੀ, ਔਰ ਅਫਗਾਨਿਸਤਾਨ ਤੇ ਹਮਲੇ ਨੂੰ ਵੀ ਉਹ ਜਾਇਜ਼ ਠਹਿਰਾਉਂਦੀ ਰਹੀ। ਇਸੇ ਤਰ੍ਹਾਂ ਸੋਵੀਅਤ ਯੂਨੀਅਨ ਦਾ ਪੋਲੈਂਡ ਦੇ, ਹੰਗਰੀ ਦੇ ਉੱਤੇ, ਚੈਕੋਸਲੋਵਾਕੀਆ ਦੇ ਉੱਤੇ ਜਾਂ ਪੋਲੈਂਡ ਦੀ ਨੀਤੀ ਉਹਦੀ ਵੀ ਉਹ ਹਮਾਇਤੀ ਸੀ।
ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਹਕੂਮਤਾਂ ਆਈਆਂ ਉਹ ਹੌਲੀ ਸੋਵੀਅਤ ਯੂਨੀਅਨ ਦੇ ਨਾਲ ਜਿਹੜੀ ਸਬੰਧਾਂ ਦੀ ਵਿੱਥ ਬਣਦੀ ਹੈ ਇਹ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਥੋੜਾ ਬਹੁਤ ਸ਼ੁਰੂ ਹੋਇਆ ਔਰ ਇਹਦਾ ਇੱਕ ਨਤੀਜਾ ਸੀ ਕਿ 1991 ਦੇ ਵਿੱਚ ਜਦੋਂ ਕਿ ਕਾਂਗਰਸ ਦੀ ਹਕੂਮਤ ਸੀ ਨਰਸਿਮਹਾ ਰਾਓ ਦੀ ਉਦੋਂ ਇਜ਼ਰਾਈਲ ਦੇ ਨਾਲ ਜਿਹਨੂੰ ਕਦੇ ਵੀ ਪਹਿਲਾਂ ਮਾਨਤਾ ਨਹੀਂ ਸੀ ਦਿੱਤੀ ਹੋਈ ਭਾਰਤ ਨੇ ਭਾਵੇਂ ਅੰਡਰਹੈਂਡ ਤਾਂ ਡੀਲ ਕਰਦੇ ਸੀ ਪਰ ਪਹਿਲੀ ਵਾਰ ਸੀ 1991 ਐਂਡ ਦੇ ਵਿੱਚ ਇਜ਼ਰਾਈਲ ਦਾ ਚਾਰਜਡ ਅਫੇਅਰ ਫੁੱਲ ਐਮਬੈਸੀ ਨੇ ਉਹਨਾਂ ਦਾ ਨੁਮਾਇੰਦਾ ਉਹਨੂੰ ਪ੍ਰੋਪਰਲੀ ਜਿਹੜਾ ਇਹਨਾਂ ਨੇ ਰੈਕਗਨਾਈਜ਼ ਕਰਕੇ ਭਾਰਤ ਦੇ ਵਿੱਚ ਜਿਹੜੀ ਹੈ ਉਸ ਨੂੰ ਰੈਕਗਨੀਸ਼ਨ ਦਿੱਤੀ ਇਹ ਪਹਿਲੀ ਡਿਵੀਏਸ਼ਨ ਸੀ ਔਰ ਹੁਣ ਤਾਂ ਅਸੀਂ ਦੇਖਦੇ ਹਾਂ ਕਿ ਮੋਦੀ ਇਜ਼ਰਾਈਲ ਜਾਂਦਾ ਹੈ ਤੇ ਨੈਤਨਯਾਹੂ ਰੈੱਡ ਕਾਰਪਟ ਵਿਛਾਉਂਦਾ ਹੈ ਤੇ ਨੈਤਨਯਾਹੂ ਇੰਡੀਆ ਆਇਆ ਤੇ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਨੀਤੀਆਂ ਨੇ ਕਿਵੇਂ ਉਸ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਜਾਂ ਐਂਟੀ ਇਸਲਾਮ ਐਂਟੀ ਮਾਈਨੋਰਿਟੀ ਇਹਨਾਂ ਦੀਆਂ ਸਿਕਿਉਰਿਟੀ ਏਜੰਸੀਜ਼ ਦੀ ਟ੍ਰੇਨਿੰਗ ਮੋਸਾਦ ਔਰ ਇਹ ਸਾਰਾ ਜਿਹੜਾ ਉਹ ਉਸ ਖਾਨੇ ਦੇ ਵਿੱਚ ਜਾਂਦਾ ਹੈ ਔਰ 9/11 ਨੇ ਫਿਰ ਬਿਲਕੁਲ ਹਾਲਾਤ ਬਦਲ ਦਿੱਤੇ ਭਾਰਤ ਨੂੰ ਲੱਗਾ ਕਿ ਵੀ ਇਹ ਜਿਹੜਾ ਹੁਣ ਅਮਰੀਕਾ ਦੀ ਬੈਂਡ ਵੈਗਨ ਤੇ ਖੁੱਲ ਕੇ ਚੜਨਾ ਹੀ ਭਲੇ 'ਚ ਹੈ ਔਰ ਉਹਦੇ 'ਚੋਂ ਅਸੀਂ ਦੇਖਦੇ ਹਾਂ ਕਿ ਮਨਮੋਹਨ ਸਿੰਘ ਰਜੀਮ ਦੇ ਵੇਲੇ ਫਿਰ ਜਿਹੜੀ ਇੰਡੋ US ਨਿਊਕਲੀਅਰ ਡੀਲ ਹੈ ਜਿਹਦੇ 'ਚ ਕਿ ਭਾਰਤ ਨੂੰ ਬਿਨਾਂ ਦੋਨੋਂ ਹੀ ਜਿਹੜੀਆਂ ਇੰਟਰਨੈਸ਼ਨਲ ਟ੍ਰੀਟੀਜ਼ ਨੇ ਉਹਨਾਂ ਤੇ ਸਾਈਨ ਕੀਤੇ ਬਿਨਾਂ ਜਿਨ੍ਹਾਂ ਦੇ ਵਿੱਚ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਵੀ ਭਾਰਤ ਨੇ ਦਸਤਖਤ ਨਹੀਂ ਕੀਤੇ ਔਰ ਇਸੇ ਤਰ੍ਹਾਂ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦੇ ਵੀ ਦਸਤਖਤ ਨਹੀਂ ਕੀਤੇ ਪਰ ਇਹਦੇ ਬਾਵਜੂਦ ਭਾਰਤ ਨੂੰ ਅਮਰੀਕਾ ਨੇ ਐਕਸਟਰਾ ਮਾਈਲ ਜਾ ਕੇ ਨਿਊਕਲੀਅਰ ਸਪਲਾਇਰ ਗਰੁੱਪ ਦੇ 45 ਦੇਸ਼ਾਂ ਤੋਂ ਜਿਹੜੀ ਹੈ ਐਗਜ਼ੈਂਪਸ਼ਨ ਦਵਾਈ ਔਰ ਉਹਦੇ ਨਾਲ ਫਿਰ ਟੈਕਨੋਲੋਜੀ ਦੀ ਐਕਸਚੇਂਜ ਔਰ ਹਥਿਆਰ ਵੇਚਣੇ ਤੇ ਉਹ ਅਪਾਚੀਆਂ ਤੋਂ ਲੈ ਕੇ ਤੇ ਉਹ ਬਾਕੀ ਸਾਰਿਆਂ ਤੱਕ ਹੁਣ ਤੱਕ ਦੀ ਅਸੀਂ ਦੇਖਦੇ ਕਿ ਕਿਸ ਹੱਦ ਤੱਕ ਉਹ ਡੀਲ ਹੈ ਹੁਣ ਜ਼ਾਹਰ ਹੈ ਕਿ ਵੀ ਹਰ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਅਮਰੀਕਾ ਅਹਿਸਾਨ ਤਾਂ ਨਹੀਂ ਕਰਦਾ ਇਹੋ ਜਿਹੇ ਰਿਸ਼ਤੇ ਅਮਰੀਕਾ ਨੇ ਕਦੇ ਪਾਕਿਸਤਾਨ ਦੇ ਨਾਲ ਵੀ ਰੱਖੇ ਹੋਏ ਸੀ ਪਾਕਿਸਤਾਨ ਦੇ ਵੀ ਅਨਕੰਡੀਸ਼ਨਲ ਹੈਲਪ ਉਹ ਸੀਟੋ ਹੋਏ ਦੂਸਰੇ ਮੁੱਦੇ ਹੋਣ ਰਾਦਰ ਇਹਨਾਂ ਦੀ ਸੋਵੀਅਤ ਯੂਨੀਅਨ ਨਾਲ ਲੜਾਈ ਪਾਕਿਸਤਾਨ ਨੇ ਆਪਣੇ ਗਲ ਪਵਾਈ ਜਿਹਦੇ ਥੱਲੇ ਦਹਿਸ਼ਤਗਰਦੀ ਉਹਨਾਂ ਦੀਆਂ ਬਰੂਹਾਂ ਤੇ ਹੀ ਨਹੀਂ ਉਹਨਾਂ ਦੇ ਘਰ ਦੇ ਅੰਦਰ ਆ ਕੇ ਵੜੀ ਜਿਹੜਾ ਅਫਗਾਨ ਜਿਹਾਦ 1979 ਤੋਂ 1999 ਤੱਕ ਹੈ ਅਮਰੀਕਾ ਦੀ ਲੜਾਈ ਸੀ ਔਰ ਲੇਕਿਨ ਇਸ ਸਭ ਦੇ ਬਾਵਜੂਦ ਪਾਕਿਸਤਾਨ ਨੂੰ ਕਿਵੇਂ ਡੰਪ ਕੀਤਾ ਇਹਦਾ ਕੋਈ ਵੇਰਵਾ ਦੇਣ ਦੀ ਲੋੜ ਨਹੀਂ ਹੈ ਲੇਕਿਨ ਇਹ ਠੀਕ ਹੈ ਤੁਸੀਂ ਆਪਣੇ ਨੈਸ਼ਨਲ ਇੰਟਰਸਟ ਦੇ ਵਿੱਚ ਕਈ ਵਾਰ ਨੀਤੀਆਂ ਬਣਾਉਂਦੇ ਹੋ ਪਰ ਇਹਦੇ ਬਾਵਜੂਦ ਕਿ ਇਰਾਕ ਵਾਰ ਦੇ ਵੇਲੇ ਜਦੋਂ ਜੂਨੀਅਰ ਬੁਸ਼ ਨੇ 2003 ਦੇ ਵਿੱਚ ਉੱਥੇ ਫੌਜ ਭੇਜੀ ਇੰਡੀਅਨ ਜਹਾਜ਼ ਜਿਹੜੇ ਨੇ ਉਹ ਰੀਫਿਊਲਿੰਗ ਲਈ ਰੁਕਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਆਗਿਆ ਨਹੀਂ ਸੀ ਦਿੱਤੀ ਗਈ ਫਿਰ ਅਮਰੀਕਾ ਚਾਹੁੰਦਾ ਸੀ ਭਾਰਤ ਵੀ ਆਪਣੀ ਫੌਜ ਭੇਜੇ ਮਨਮੋਹਨ ਸਿੰਘ ਰਜੀਮ ਦੇ ਵੇਲੇ ਉਹਨਾਂ ਨੇ ਉਹਦੇ 'ਚ ਵੀ ਐਗਰੀ ਨਹੀਂ ਕੀਤਾ ਈਵਨ ਅਫਗਾਨਿਸਤਾਨ 'ਚ ਵੀ ਜਿਹੜਾ ਉਹ ਸਾਰੇ ਪੀਰੀਅਡ ਕਦੇ ਵੀ ਕਿਸੇ ਰਜੀਮ ਨੇ ਐਗਰੀ ਨਹੀਂ ਕੀਤਾ ਪਰ ਹੁਣ ਜਿਸ ਹੱਦ ਤੱਕ ਮੋਦੀ ਨੇ ਸਰੈਂਡਰ ਕਰ ਦਿੱਤਾ ਹੈ ਅਮਰੀਕਾ ਦੇ ਸਾਹਮਣੇ ਕਿਉਂਕਿ ਲਫ਼ਜ਼ ਜਿਹੜੇ ਉੱਥੋਂ ਦੇ ਵੀ ਬਹੁਤ ਸਾਰੇ ਦੇਸ਼ ਭਗਤ ਉਹਨਾਂ ਦੇ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਵੀ ਇਹ ਕਹਿਣਾ ਕਿ ਬਿਲਕੁਲ ਅਮਰੀਕਨ ਕਾਰਡ ਖੇਡਣ ਤੇ ਆ ਗਏ ਨੇ ਉਸ ਦਾ ਨਤੀਜਾ ਵੀ ਇਹ ਹੋਇਆ ਜਦੋਂ ਦਾ ਮੋਦੀ ਨੇ ਇਸ ਕਿਸਮ ਦਾ ਕੀਤਾ ਹੈ ਰਸ਼ੀਆ ਨੇ ਪਾਕਿਸਤਾਨ ਵੱਲ ਵੀ ਹੱਥ ਵਧਾਇਆ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਹੋਈਆਂ ਇਸ ਵੇਲੇ ਰਸ਼ੀਆ ਚਾਈਨਾ ਈਰਾਨ ਇਹ ਵੀ ਇੱਕੋ ਪੇਜ ਤੇ ਨੇ ਪਰ ਮੈਂ ਇਸ ਸਾਰੀ ਬੈਕਗ੍ਰਾਉਂਡ ਦੀ ਗੱਲ ਇਸ ਲਈ ਕੀਤੀ ਹੈ ਕਿ ਜਿਸ ਅੰਦਾਜ਼ ਦੇ ਵਿੱਚ ਜਾ ਕੇ ਹੁਣ ਮੋਦੀ ਅਮਰੀਕਾ ਦੀ ਚੀਨ ਦੇ ਖਿਲਾਫ ਪ੍ਰੌਕਸੀ ਵਾਰ ਚ ਅੱਗੇ ਵੱਧ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ ਨੇ ਆਪਣੇ ਪੰਜਾਬੀ ਚ ਕਹਿੰਦੇ ਨੇ ਕਿ ਬੁਥਾੜ ਬਣਾ ਲੈਣੇ ਔਰ ਚੀਨ ਨੇ ਢੰਗ ਜੇ ਨਾਲ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਔਰ ਇਹਨਾਂ ਦੀ ਇੱਕ ਹਿੰਦੀ ਨਿਊਜ਼ ਚੈਨਲ ਹੈ ਹਿੰਦੀ ਨਿਊਜ਼ 24 ਔਰ ਉਹਨਾਂ ਨੇ ਇਸ ਸਾਰੇ ਨੂੰ ਜਿਹੜੀ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤਾ ਹੈ ਕਿ ਜਿਹੜਾ ਮਾਈਕ ਪੋਂਪੀਓ ਨੇ 3 ਪੁਆਇੰਟ ਪ੍ਰੋਗਰਾਮ ਦਿੱਤਾ ਹੈ ਕਿ ਚਾਈਨਾ ਨੂੰ ਜਿਹੜਾ ਘੇਰੋ ਕਿ ਟ੍ਰਾਂਸਪੇਰੈਂਸੀ ਨਹੀਂ ਹੈ ਕੋਵਿਡ-19 ਦੇ ਮਾਮਲੇ 'ਚ ਔਰ ਤਾਈਵਾਨ ਨੂੰ ਵਿੱਚ ਵਾੜੋ ਵਰਲਡ ਹੈਲਥ ਆਰਗੇਨਾਈਜੇਸ਼ਨ ਕਿਉਂਕਿ ਭਾਰਤ ਨੇ ਚੇਅਰਮੈਨ ਬਣਨਾ ਔਰ ਤੀਸਰਾ ਕਿ ਜੀ ਇਕਨੋਮਿਕਲ ਪੈਕੇਜ ਦਿਓ ਤਾਂ ਕਿ ਚਾਈਨਾ ਦੀ ਜਿਹੜੀ ਡਾਲਰ ਡਿਪਲੋਮੇਸੀ ਹੈ ਉਹਨੂੰ ਕਾਊਂਟਰ ਕੀਤਾ ਜਾ ਸਕੇ ਔਰ ਹੁਣ ਇਸ ਮੁੱਦੇ ਦੇ ਉੱਤੇ ਜਿਹੜੀ ਮੋਦੀ ਦੀ ਤੁਸੀਂ ਜੇ ਨੇਸ਼ਨ ਨੂੰ ਐਡਰੈਸ ਸੁਣੋ ਜਿਹਦੇ ਬਾਰੇ ਕਿਸੇ ਨੇ ਲਾਈਟਰ ਵੇਨ 'ਚ ਕਿਹਾ ਕਿ ਜੀ 8 ਵਜੇ ਕਹਿੰਦੇ ਸੀ ਵੀ ਮੋਦੀ ਨੇ ਬੋਲਣਾ ਹੈ ਕਹਿੰਦਾ ਮੈਂ ਤਾਂ ਐਨਕਾਂ ਲਾ ਕੇ
ਸੱਪ ਡੀਕਦਾ ਰਿਹਾ ਹੈ ਵੀ ਜਿਹੜੀ ਮੋਦੀ ਨੇ ਜਿਹੜਾ ਸੱਪ ਕੱਢਣਾ ਬੀਨ ਵਜਾ ਕੇ ਕਹਿੰਦਾ ਨਾ ਮੈਨੂੰ ਬੀਨ ਦੀ ਆਵਾਜ਼ ਸੁਣੀ ਤੇ ਜੇ ਮੈਨੂੰ ਨਹੀਂ ਸੁਣੀ ਤਾਂ ਸੱਪ ਨੂੰ ਕਿੱਥੋਂ ਸੁਣਨੀ ਸੀ। ਤਾਂ ਹੁਣ ਉਹ ਜਿਹੜੀ ਬੀਨ ਵਜਾਈ ਹੈ ਉਹਨੇ, ਲੇਕਿਨ ਉਹ ਸੱਪ ਕੱਢਣ ਵਾਲੀ ਨਹੀਂ, ਉਹ ਬੀਨ ਅਮਰੀਕਾ ਨੂੰ ਖੁਸ਼ ਕਰਨ ਵਾਲੀ, ਔਰ ਝੂਠ ਇਸ ਮਾਰਕਾ ਖੇਸ ਝੂਠ। ਮੈਂ ਸਮਝਦਾ ਵੀ ਜਿੱਥੇ ਨੋਬੈਲ ਪ੍ਰਾਈਜ਼ ਬਣਾਇਆ ਹੋਇਆ ਹੈ ਇੱਕ ਫਾਲਸਹੁੱਡ ਦੇ ਲਈ ਵੀ ਇੱਕ ਜਿਹੜਾ ਉਹ ਇੰਟਰਨੈਸ਼ਨਲ ਜੇ ਪ੍ਰਾਈਜ਼ ਹੋਏ, ਤਾਂ ਇਹ ਮੋਦੀ ਦੀ ਸਾਰੀ ਟੀਮ ਜਿਹੜੀ ਇਹਨੂੰ ਕੱਲੇ ਨੂੰ ਇਹਨਾਂ ਨੂੰ ਇਹ ਦੇ ਕੇ ਝੂਠ ਦੀ ਦੇਵੀ ਜਿਹੜੀ ਹੈ ਇਹਦਾ ਇੱਕ ਮੰਦਿਰ ਵੀ ਬਣਾ ਕੇ ਇਹਨਾਂ ਨੂੰ ਦੇਣਾ ਚਾਹੀਦਾ ਵੀ ਇਹਦੀ ਪੂਜਾ ਕਰੋ, ਇੱਥੇ ਬੈਠੋ, ਤੁਹਾਡੇ ਤੋਂ ਵੱਡਾ ਕੋਈ ਝੂਠਾ ਇਸ ਦੁਨੀਆ ਦੇ ਵਿੱਚ ਨਾ ਪਹਿਲਾਂ ਹੋਇਆ। ਝੂਠ ਵੀ ਜਰਮਿੰਦਾ ਆਪਣੇ ਆਪ ਤੇ, ਲੇਕਿਨ ਤੁਸੀਂ ਇਹ ਦੇਖੋ ਹੁਣ ਉਹਦੇ ਚੋਂ ਕਹਿ ਰਿਹਾ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਦੇਖੋ ਇਸ ਸਾਰੀ ਕ੍ਰਾਈਸਿਸ ਨੇ ਸਾਨੂੰ ਕਿੰਨਾ ਵੱਡਾ ਮੌਕਾ ਦਿੱਤਾ ਹੈ ਕਿ ਅਸੀਂ ਜਿਹੜਾ ਹੈ ਉਹ ਫੇਸ ਮਾਸਕ ਬਣਾਉਣ ਲੱਗ ਗਏ। ਅਸੀਂ ਇੰਡੀਆ 21st ਸੈਂਚੁਰੀ ਸਾਡੀ, ਔਰ ਇਹ ਸਾਰਾ ਜਿਹੜਾ ਹੈ। ਔਰ ਦੂਸਰਾ ਜਿਹੜਾ ਉਹਨਾਂ ਦਾ ਹੈ ਕਿ ਜੀ ਅਸੀਂ ਹੁਣ ਇਹ ਉਹਨੇ ਕਿਹਾ ਨਹੀਂ ਹੈ, ਲੇਕਿਨ ਇਸ ਤੋਂ ਪਹਿਲਾਂ ਉਹਨਾਂ ਦੇ ਕਹਿ ਰਹੇ ਨੇ ਜੀ ਅਸੀਂ ਚਾਈਨੀਜ਼ ਕੰਪਨੀਆਂ ਜਿਹੜੀਆਂ ਅਮਰੀਕਨ ਕੰਪਨੀਆਂ ਔਰ ਦੂਸਰੀਆਂ ਨੇ ਮਲਟੀਨੈਸ਼ਨਲ ਚੀਨ ਚੋਂ ਨਿਕਲ ਰਹੀਆਂ, ਭਾਰਤ ਉਹਨਾਂ ਨੂੰ ਮੁਫਤ ਥਾਂ ਦੇਗਾ। ਉਹਨਾਂ ਨੇ ਆਲਰੇਡੀ ਇਸ ਕਿਸਮ ਦਾ ਕੀਤਾ, ਹਾਲਾਂਕਿ ਇਸ ਦੇ ਉੱਤੇ ਜਿਹੜੇ ਉਹਨਾਂ ਦੇ ਤਬਸਰਾਨਿਗਾਰ ਨੇ ਉਹਨਾਂ ਨੇ ਕਿਹਾ ਵੀ 1% ਵੀ ਨਹੀਂ ਆਈਆਂ ਜਿਹੜੀਆਂ ਨਿਕਲਣਗੀਆਂ, ਵੀ ਉਹ ਤਾਈਵਾਨ ਜਾ ਰਹੀ ਹੈ ਜਾਂ ਸਾਊਥ ਕੋਰੀਆ ਜਾ ਰਹੇ ਨੇ ਜਾਂ ਸਿੰਗਾਪੁਰ ਵੱਲ ਜਾ ਰਹੇ ਨੇ। ਉੱਥੇ ਤੁਹਾਡੇ ਕੋਲ ਕੀ ਹੈ? ਇਨਫਰਾਸਟ੍ਰਕਚਰ ਹੀ ਨਹੀਂ ਹੈ। ਲੇਕਿਨ ਇਹਨੂੰ ਇੱਕ ਤਾਂ ਝੂਠ ਬੋਲਣਾ ਹੁੰਦਾ, ਅੱਗੋਂ ਜਿਹੜੇ ਝੂਠ ਵੇਚਣ ਵਾਲੇ ਹੁੰਦੇ ਨੇ, ਜਿਵੇਂ ਪਖੰਡੀ ਬਾਬੇ ਹੁੰਦੇ ਨੇ, ਉਹ ਬਾਬਿਆਂ ਨੂੰ ਵੇਚਣ ਵਾਲੇ ਉਹਨਾਂ ਦੇ ਅੱਗੋਂ ਰੱਖੇ ਹੁੰਦੇ ਨੇ ਏਜੰਟ, ਜਿਹੜੇ ਬਾਬੇ ਦੀਆਂ ਕਰਾਮਾਤਾਂ ਸੁਣਾ ਰਹੇ ਹੁੰਦੇ ਨੇ। ਔਰ ਇਹ ਜਿਹੜਾ ਨਿਊਜ਼ 24 ਹੈ ਇਸ ਕਿਸਮ ਦਾ ਹੀ ਬਾਬੇ ਦਾ ਜਿਹੜਾ ਏਜੰਟ ਹੈ, ਉਹ ਕਹਿ ਰਹੇ ਨੇ ਕਿ ਜੀ ਕੋਰੋਨਾ ਕਾਲ ਦੇ ਵਿੱਚ ਚੀਨ ਦੇ ਉੱਤੇ ਪੀਐਮ ਮੋਦੀ ਨੇ ਸਰਜੀਕਲ ਸਟ੍ਰਾਈਕ ਕਰਤੀ। ਮੈਂ ਤਾਂ ਜਦੋਂ ਹੈਡਲਾਈਨ ਦੇਖਿਆ ਮੈਂ ਕਿਹਾ ਵੀ ਉਹ ਸਿੱਕਮ ਕਨਫਲਿਕਟ ਕਿਤੇ ਅੱਗੇ ਤੇ ਨਹੀਂ ਵਧਿਆ। ਔਰ ਇਹ ਉਹ ਕਹਿ ਰਹੇ ਆ ਕਿ ਵੀ ਇਹ ਹੁਣ ਜਿਹੜੀ ਉਹਦੀ ਸਰਜੀਕਲ ਸਟ੍ਰਾਈਕ ਹੈ ਉਹ ਇਹ ਹੈ ਕਿ ਵੀ ਚੀਨ ਤਾਂ ਜਿਹੜਾ ਉਹ ਸਿੱਕਮ ਔਰ ਲਦਾਖ ਦੇ ਵਿੱਚ ਆਪਣੇ ਜਹਾਜ਼ ਹੀ ਉਡਾਉਂਦਾ ਰਹਿ ਗਿਆ, ਪਰ ਮੋਦੀ ਨੇ ਚੁੱਪਚਾਪ ਐਸੀ ਸੱਟ ਮਾਰੀ ਹੈ ਕਿ ਚੀਨ ਨੂੰ ਕਈ ਸਾਲ ਲੱਗਣਗੇ ਉਹਦੇ ਚ ਉੱਭਰਦਿਆਂ। ਫਿਰ ਮੈਂ ਦੇਖਿਆ ਕਿ ਵੀ ਇਹ ਜਿਹੜਾ ਕੀ ਹੈ, ਉਹਨੇ ਕਿਹਾ ਜੀ ਭਾਰਤ ਨੇ ਜਿਹੜੀਆਂ ਚੀਨ ਦੇ ਵਿੱਚ 1000 ਤੋਂ ਜ਼ਿਆਦਾ ਕੰਪਨੀਆਂ ਨੇ ਉਹਨਾਂ ਨੂੰ ਆਪਣੇ ਵੱਲ ਖਿੱਚ ਲਿਆ ਔਰ ਜਿਨਪਿੰਗ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹੁਣ ਜਿਹੜਾ ਹੈ ਉਹ ਉਹਨੇ ਮੋਦੀ ਨੇ ਨਾਰਾ ਦੇ ਦਿੱਤਾ ਹੈ ਲੋਕਲ ਵੋਕਲ, ਔਰ ਇਸ ਸਾਰੇ ਚੋਂ ਜਿਹੜਾ ਗਲੋਬਲ ਲਾਈਨ ਹੈ ਉੜ ਗਈ। ਔਰ ਇਹ ਕਹਿ ਰਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਸਰਜੀਕਲ ਸਟ੍ਰਾਈਕ ਕੀਤੀ ਸੀ ਔਰ ਸਰਜੀਕਲ ਸਟ੍ਰਾਈਕ 'ਚ ਪਾਕਿਸਤਾਨ ਦੇ ਅੰਦਰ ਵੜ ਕੇ ਮਾਰਿਆ ਸੀ, ਇਸੇ ਤਰ੍ਹਾਂ ਹੁਣ ਚੀਨ ਦੇ ਅੰਦਰ ਘੁਸ ਕੇ ਮੋਦੀ ਨੇ ਉਹਨਾਂ ਦੀ ਇੰਡਸਟਰੀ ਦੇ ਉੱਤੇ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ। ਔਰ ਚੀਨ ਹਮੇਸ਼ਾ ਮੋਦੀ ਦੇ ਇਸ ਪੈਂਤਰੇ ਨੂੰ ਯਾਦ ਰੱਖੇਗਾ। ਹੁਣ ਇਹ ਦੇਖਣਾ ਕਿ ਕੀ ਚੀਨ ਇਹਦੇ ਤੋਂ ਬਾਅਦ ਸੁਧਰ ਜਾਏਗਾ ਜਾਂ ਪਾਕਿਸਤਾਨ ਦੀ ਤਰ੍ਹਾਂ ਬਰਬਾਦੀ, ਹੁਣ ਤੁਸੀਂ ਅੰਦਾਜ਼ਾ ਲਾਓ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੀ ਆੜ ਦੇ ਵਿੱਚ ਜਿਹੜਾ ਮੈਂ ਇਹ ਦੇਖ ਰਿਹਾ ਵੀ ਅਮਿਤ ਸ਼ਾਹ ਨੇ ਇੱਕ ਹਦਾਇਤ ਜਿਹੜੀ ਕਿ ਉਹਨੇ ਆਪਣੇ ਸਾਰੇ CRPF BSF ਜਾਂ ਮਿਲਟਰੀ ਕੰਟੀਨਸ ਨੂੰ ਦਿੱਤੀ ਹੈ ਕਿ ਹੁਣ ਸਭ ਤੋਂ ਜਿਹੜੀ ਇਸ ਸਾਰੇ 'ਚ ਤੁਸੀਂ ਖਰੀਦੋ ਫਰੋਖਤ ਕਰਨੀ ਹੈ ਉਹ ਸਿਰਫ ਦੇਸੀ ਚੀਜ਼ਾਂ ਦੀ ਕਰਨੀ ਹੈ। ਔਰ ਉਹਦੇ 'ਚ ਇਹ ਹੈ ਕਿ CRPF canteens to sell only indigenous products from June 1st ਅਮਿਤ ਸ਼ਾਹ। ਔਰ ਇਹ ਜਿਹੜਾ ਟੋਟਲ ਬਜਟਿੰਗ ਹੈ ਇਹਨਾਂ ਦੀ, ਜਿਹਦੇ 'ਚ 10 ਲੱਖ ਉਹਨੇ ਕਿਹਾ ਜੀ ਪਰਸਨਲ ਨੇ, ਜਿਹਦੇ 'ਚ ਆਰਮਡ ਪੁਲਿਸ ਫੋਰਸਿਸ ਨੇ, CRPF ਹੈ, BSF ਹੈ, ਉਹਨਾਂ ਨੂੰ ਜੂਨ 1 ਤੋਂ ਜਿਹੜਾ ਉਹ ਸਿਰਫ ਮੇਡ ਇਨ ਇੰਡੀਆ ਵਾਲੀਆਂ ਚੀਜ਼ਾਂ ਹੀ ਖਰੀਦਣਗੇ। ਔਰ ਇਹ ਸਾਰੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਹੁਣ ਆਪਣੇ ਮੁਲਕ ਦੀ ਇਕਨੋਮੀ ਨੂੰ ਉੱਪਰ ਚੁੱਕਣਾ ਹੈ। ਔਰ ਉਹਨਾਂ ਨੇ ਇਹ ਜਿਹੜਾ ਸਾਰੇ 50 ਲੱਖ ਫੈਮਲੀਜ਼ ਨੇ ਜਿਹੜੀਆਂ ਇਹ ਕਰਨਗੀਆਂ। ਔਰ ਇੱਥੋਂ ਜਿਹੜੀ ਇਹਨਾਂ ਦੀਆਂ ਮਿਲਟਰੀ ਕੈਂਟੀਨਸ ਚੋਂ ਸੇਲ ਹੁੰਦੀ ਹੈ ਉਹ 2800 ਕਰੋੜ ਦੀ ਹੈ। ਔਰ ਉਹਨੇ ਕਿਹਾ ਜਿਵੇਂ ਮੋਦੀ ਨੇ ਆਪਣੇ ਐਡਰੈਸ ਦੇ ਵਿੱਚ ਕਿਹਾ ਟੂ ਮੇਕ ਦਾ ਕੰਟਰੀ ਸੈਲਫ ਰਿਲਾਇੰਟ ਐਂਡ ਯੂਜ਼ ਪ੍ਰੋਡਕਟਸ ਮੇਡ ਇਨ ਇੰਡੀਆ, Shah said this will surely pave the way for India to lead the world in future। ਕਿ ਜੀ ਅਸੀਂ ਹੁਣ ਇਸ ਤੋਂ ਪਹਿਲਾਂ ਇਹ ਦੇਖੋ ਕਿ ਵੀ ਮੋਦੀ ਦੇ ਗੋਗਲਸ, ਉਸ ਦੀ ਘੜੀ, ਉਹਦੇ ਪਾਏ ਜਿਹੜੇ ਕੱਪੜੇ, ਉਹਦੀ ਇੱਕ ਨੇ ਇੱਕ ਵਾਰ ਜਦੋਂ ਅਜੇ ਬਣਿਆ ਹੀ ਸੀ ਉਹਦਾ ਪੈਨ ਸਾਰੇ ਬਾਹਰ ਦੇ ਨੇ।
ਉਹਨੇ ਕਿਹਾ ਵੀ ਪਹਿਲਾਂ ਤਾਂ ਤੂੰ ਆਪਣਾ ਜਿਹੜਾ ਨਾ ਧੁੱਪ ਘੜੀ ਰੱਖ ਜਿਹੜੀ ਤੁਸੀਂ ਬਣਾਈ ਹੋਈ ਹੈ, ਤਾਂ ਸਵਿਸ ਵਾਚਾਂ ਉੱਥੋਂ ਆਈਆਂ ਤੇ ਆਪਣਾ ਤੂੰ ਦੇਖ ਕੀ ਆ ਕਿਵੇਂ ਉਹ ਘਟੀਆ ਜਿਹਾ ਨਰਿੰਦਰ ਮੋਦੀ ਹੈ, ਨਰਿੰਦਰ ਮੋਦੀ ਲਿਖੇ ਵਾਲਾ ਸੂਟ ਜਿਹੜਾ ਉਹਨੇ ਪਾਇਆ ਜਦੋਂ ਓਬਾਮਾ ਦੇ ਨਾਲ ਮਿਲਿਆ। ਹੁਣ ਇਹਦੇ ਚ ਗੱਲ ਜਦੋਂ ਮੈਂ ਇਹ ਦੇਖਿਆ, ਮੈਂ ਕਿਹਾ ਜੀ ਇਹ ਮੇਡ ਇਨ ਇੰਡੀਆ ਇਹ ਇਵੇਂ ਹੀ ਹੈ। ਤੁਸੀਂ ਜਿਵੇਂ ਹੈ ਕਿ ਵੀ ਇਹ ਵੀ ਅਗੇਨ ਸਾਡੀ ਪੰਜਾਬੀ ਇੰਨੀ ਰਿਚ ਜ਼ਬਾਨ ਹੈ ਕਿ ਉਹਦੇ ਚ ਉਹ ਕਹਿੰਦਾ ਜੀ ਉੱਥੋਂ ਗਏ ਸੀ ਕੁਛ ਲੈ ਕੇ ਆਇਆ, ਕਹਿੰਦੇ ਜੀ ਹਾਂ ਕੀ ਕਹਿੰਦੇ ਛੁਣਛੁਣਾ ਫੜਾਤਾ। ਹੁਣ ਮੋਦੀ ਨੇ ਇਹ ਛੁਣਛੁਣਾ ਫੜਾਤਾ ਲੋਕਾਂ ਨੂੰ ਕਿ ਦੇਖੋ ਜੀ ਮੇਡ ਇਨ ਇੰਡੀਆ ਸਵਦੇਸ਼ੀ। ਔਰ ਇਹ ਜਿਹੜਾ ਹੋਣਾ ਇਹ ਹੈ ਵੀ ਇਹ ਜਿਹੜਾ 250 ਕਰੋੜ ਦੀ ਉਹਨਾਂ ਨੇ ਕਿਹਾ ਜੀ ਮਿਲਟਰੀ ਕੈਂਟੋਨਮੈਂਟ, ਪਹਿਲਾਂ ਵੀ ਇਹਨਾਂ ਨੇ ਜਦੋਂ ਆਰਮੀ ਔਰ ਦੂਜੇ ਚ ਕਿਹਾ ਜੀ ਕਿ ਰਾਮਦੇਵ ਦੇ ਪ੍ਰੋਡਕਟ ਖਰੀਦੋ, ਕਿਉਂਕਿ ਖਰੀਦੋ ਤਾਂ ਹੈ ਕਿ ਸਪਲਾਈ ਹੋਮ ਮਿਨਿਸਟਰੀ ਕੋਲ ਹੁੰਦੀ ਹੈ, ਮਿਲਟਰੀ ਕੈਂਟੀਨਸ ਦੇ ਵਿੱਚ ਕੀ ਵਿਕਣਾ ਇਹ ਡਿਫੈਂਸ ਡਿਪਾਰਟਮੈਂਟ ਡਿਸਾਈਡ ਕਰਦਾ ਹੈ। ਸੋ ਇਹਨਾਂ ਬ੍ਰਾਹਮਣ ਬਾਣੀਆਂ ਨੇ ਐਸੀ ਜਕੜ ਬਣਾਈ ਹੋਈ ਹੈ ਕਿ ਉਹਨਾਂ ਨੇ ਆਲਰੇਡੀ ਕਿੰਨੇ ਮਲਟੀ ਬਿਲੀਅਨ ਡਾਲਰ ਦੀ ਜਿਹੜੀ ਸਾਰੀ ਮਫਾਦ ਵਾਲੀ ਇੰਡਸਟਰੀ ਹੈ ਉਹ ਪਤੰਜਲੀ ਦੇ ਨਾਂ ਥੱਲੇ ਰਾਮਦੇਵ ਦੇ ਹਵਾਲੇ ਕੀਤੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਹੁਣ ਜਿਹੜਾ ਥੋੜਾ ਬਹੁਤ ਫਿਰ ਇਹਨਾਂ ਨੇ ਜਿਵੇਂ ਮੈਗੀ ਦੇ ਖਿਲਾਫ ਰੌਲਾ ਸ਼ੁਰੂ ਕੀਤਾ ਜੀ, ਬਿਲੋ ਸਟੈਂਡਰਡ ਹੈ ਇਹ ਉਹ ਹੈ, ਉਸ ਪੀਰੀਅਡ ਦੇ ਵਿੱਚ ਇਹਨਾਂ ਨੇ ਆਪਣਾ ਕੋਈ ਸੁਆਹ ਖੇ ਜਿਹੜਾ ਉਹ ਪੈਕਟਾਂ 'ਚ ਬੰਨ ਕੇ ਉਹ ਵੇਚਣਾ ਸ਼ੁਰੂ ਕਰਤਾ। ਹਨਾ ਉਹਨਾਂ ਨੂੰ ਘਾਟਾ ਤਾਂ ਪਿਆ, ਲੇਕਿਨ ਵਾਪਸ ਆਏ ਲੋਕਾਂ ਨੇ ਕਿਹਾ ਵੀ ਇਹ ਕੀ ਜਿਹੜਾ ਸਾਨੂੰ ਸੁਆਹ ਖੇ ਖਵਾ ਰਹੇ ਨੇ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਸਾਰੀ 250 ਕਰੋੜ ਦੇ ਥੱਲੇ ਇਹਨਾਂ ਦੇ ਆਪਣੇ ਜਿੱਥੇ ਅੰਬਾਨੀ ਅਡਾਨੀ ਇਹ ਜੇਠ ਮਲਾਨੀ ਇਹ ਸਾਰੇ ਲੋਕ ਬਿਠਾਏ ਹੋਏ ਨੇ। ਔਰ ਇਹਨਾਂ ਦੀ ਉਹਦੇ ਚ ਅਜਾਰੇਦਾਰੀ ਪਹਿਲਾਂ ਹੀ ਹੈ, ਫਰਦਰ ਅਜਾਰੇਦਾਰੀ ਇਸ ਦੀ ਉਹਨਾਂ ਨੇ ਹੋਰ ਬਣਾ ਦਿੱਤੀ ਹੈ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਸਿਰਫ ਤੇ ਸਿਰਫ ਇਹ ਨੀਤੀ ਉਹਨਾਂ ਦੇਸੀ ਬਾਣੀਆਂ ਨੂੰ ਜਿਹੜੇ ਕਿ ਇਹਨਾਂ ਦੇ ਹੀ ਏਜੰਟ ਨੇ ਉਹ ਫਰਦਰ ਤੁਸੀਂ ਦੇਖੋਗੇ ਇਸ ਵੇਲੇ ਬੀਜੇਪੀ ਦੇ ਜਿਹੜਾ ਕਾਫਰ ਹੈ ਉਹਨਾਂ ਦੇ ਖਜ਼ਾਨੇ 'ਚ ਇੰਨਾ ਕੁ ਪੈਸਾ ਹੈ। ਇਹੀ ਕਾਰਨ ਹੈ ਕਿ ਜੇ ਮੱਧ ਪ੍ਰਦੇਸ਼ ਸਰਕਾਰ ਬਦਲਣੀ ਹੈ 4-4 ਕਰੋੜ ਤੋਂ 10-10 ਕਰੋੜ ਤੱਕ ਦੇ ਕੇ ਇਹਨਾਂ ਨੇ ਖਰੀਦ ਲਏ ਔਰ ਸਾਰੇ ਐਨ ਸੈਰ ਸਪਾਟਾ ਕਰਵਾ ਕੇ ਵਾਪਸ ਹਕੂਮਤ ਉਹਨਾਂ ਦੀ ਬਣਾ ਦਿੱਤੀ। ਇੰਨੀ ਵੱਡੀ ਡਿਫੈਕਸ਼ਨ। ਔਰ ਉੱਥੇ ਇਹ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਕੁਚਲ ਦਿਓ। ਕਿਵੇਂ 2-3 ਮੁਸਲਿਮ ਬੱਚੀਆਂ ਔਰ ਜਾਮੀਆ ਮਿਲੀਆ ਦੇ ਜਿਹੜੀ ਉਭਰਦੀ ਲੀਡਰਸ਼ਿਪ ਸੀ ਸਟੂਡੈਂਟਸ ਦੀ, ਜਿਹਨਾਂ ਤੋਂ ਮੈਂ ਵੀ ਇੰਪ੍ਰੈਸ ਸੀ ਜਿਸ ਤਰੀਕੇ ਨਾਲ ਉਹ ਮੀਡੀਆ ਨੂੰ ਡੀਲ ਕਰਦੀਆਂ ਸੀ। ਰਿਸਰਚਰ ਕੋਈ PhD ਸਟੂਡੈਂਟ ਹੈ ਕੋਈ ਦੂਸਰਾ, ਉਹਨਾਂ ਨੂੰ ਜਿਵੇਂ ਇਹਨਾਂ ਨੇ ਸਾਰੇ COVID-19 ਦੀ ਆੜ ਦੇ ਵਿੱਚ ਆਪਣੀਆਂ ਜਿਹੜੀਆਂ ਐਕਸੈਸਿਵ ਪਾਵਰਸ ਲਈਆਂ ਹੋਈਆਂ ਉਹਦਾ ਇਸਤੇਮਾਲ ਕਰਕੇ ਜੇਲ੍ਹਾਂ ਦੇ ਵਿੱਚ ਰੱਖ ਦਿੱਤਾ ਹੈ। ਉਹਦੇ ਚ ਸਿਵਲ ਲਿਬਰਟੇਰੀਅਨ ਵੀ ਨੇ। ਕਸ਼ਮੀਰ ਦਾ ਕੀ ਹਾਲ ਕਰ ਦਿੱਤਾ ਹੈ, ਜੰਮੂ ਔਰ ਕਸ਼ਮੀਰ, ਇਸ ਸਾਰੇ ਨੂੰ ਉੱਥੇ ਕੀ ਕਰ ਰਹੇ ਨੇ ਕਿਸ ਹੱਦ ਤੱਕ ਜਾ ਕੇ ਈਵਨ ਸੁਪਰੀਮ ਕੋਰਟ ਦੇ ਵਿੱਚ ਇਹ ਸੀ ਕਿ ਜੀ ਇਹ ਜਿਹੜਾ 4G ਹੈ ਇੰਟਰਨੈਟ ਇਹ ਕਸ਼ਮੀਰ ਸਟੂਡੈਂਟਸ ਨੇ ਉਹ ਉਹਦੇ ਤੇ ਚੱਲਦਾ ਹੀ ਨਹੀਂ ਹੈ, ਅਦਰਵਾਈਜ਼ ਉਹ ਦੇਖ ਹੀ ਨਹੀਂ ਸਕਦੇ। ਔਰ ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ ਇਹ ਦੇਸ਼ ਦੀ ਸਿਕਿਉਰਿਟੀ ਇੰਪੋਰਟੈਂਟ ਹੈ, ਇਹ ਹਕੂਮਤ ਨੇ ਦੇਖਣਾ ਹੈ। ਔਰ ਪਿਛਲੇ ਦਿਨਾਂ 'ਚ ਜਦੋਂ ਇਹਨਾਂ ਨੇ ਇਸ ਕਿਸਮ ਦਾ ਇੱਕ ਡਰਾਮਾ ਕੀਤਾ ਕਿ ਜੀ ਅਸੀਂ ਲਸ਼ਕਰ ਤਾਇਬਾ ਦੇ ਇੰਨੇ ਕਾਡਰ ਨੂੰ ਐਲੀਮੀਨੇਟ ਕਰ ਦਿੱਤਾ, ਨਾਲ ਦੀ ਨਾਲ ਇੰਟਰਨੈਟ ਬੰਦ ਕਰਤਾ, ਹੁਣ ਹੈ ਜੀ 2G ਅਸੀਂ ਚਲਾ ਦਿੱਤਾ। ਪਰ ਸੁਪਰੀਮ ਕੋਰਟ ਵੀ, ਔਰ ਜਿਵੇਂ ਸੁਪਰੀਮ ਕੋਰਟ ਦੇ ਇੱਕ ਐਕਸ ਜੱਜ ਨੇ ਕਿਹਾ ਸੀ ਕਿ ਜਿਵੇਂ ਮੈਚ ਫਿਕਸਿੰਗ ਹੁੰਦੀ ਹੈ ਇਵੇਂ ਸੁਪਰੀਮ ਕੋਰਟ ਵੀ ਜੱਜ ਫਿਕਸਿੰਗ ਹੈ। ਸੋ ਜੁਡੀਸ਼ਰੀ ਇਹਨਾਂ ਦੇ ਕਾਬੂ 'ਚ ਹੈ। ਵੈਸੇ ਹੀ ਗੋਦੀ ਮੀਡੀਆ ਸਾਰਾ ਸੋਸ਼ਲ ਜਿਹੜਾ ਮੀਡੀਆ ਹੈ ਉਸ ਦੇ ਉੱਤੇ ਇਹਨਾਂ ਦੀ IT ਫੌਜ ਜਿਹਨਾਂ ਬਾਰੇ ਇੱਕ ਨੇ ਕਿਹਾ ਕਿ 2-2 ਰੁਪਏ ਦੇ ਵਿੱਚ ਟਵੀਟ ਵੇਚਣ ਵਾਲੇ ਉਹ ਬਿਠਾਏ ਹੋਏ ਨੇ। ਔਰ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਇਕਨੋਮੀ ਹੈ ਉਸ ਦਾ ਹਾਲ ਜੋ ਹੋ ਰਿਹਾ ਉਹ ਤਾਂ ਸਾਹਮਣੇ ਹੀ ਹੈ। ਮਜ਼ਦੂਰਾਂ ਦੇ ਪੱਲੇ ਕੀ ਪਿਆ ਹੈ, ਕਿਵੇਂ ਰੋਲਿਆ ਗਿਆ, ਕਿਵੇਂ ਇਹਨਾਂ ਦੀਆਂ ਜਿੱਥੇ ਸਰਕਾਰਾਂ ਨੇ ਗੁਜਰਾਤ, ਮੱਧ ਪ੍ਰਦੇਸ਼ ਔਰ ਇਸ ਸਾਰੇ UP ਉੱਥੇ ਉਹਨਾਂ ਨੇ ਜਿਹੜੇ ਲੇਬਰ ਦੇ ਨਾਲ ਰਿਲੇਟਡ ਕੋਈ ਉਹਨਾਂ ਦੇ ਭਰੇ ਦੇ ਕਾਨੂੰਨ ਸੀ ਉਹ ਆਰਡੀਨੈਂਸ ਰਾਹੀਂ ਖਤਮ ਕਰਕੇ ਉਹ ਵੀ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਇਆ। ਔਰ ਹੁਣ ਜਿਹੜੀ ਈਵਨ ਗਵਰਨਮੈਂਟ ਕੰਟਰੋਲ ਸਾਰੀਆਂ ਸਪਲਾਈਜ਼ ਨੇ ਕੈਂਟੀਨ ਉਹਦੇ ਚ ਫੇਰ ਇਹ ਅਡਾਨੀਜ਼ ਐਂਡ ਅੰਬਾਨੀਜ਼ ਇਹਨਾਂ ਦਾ ਸੌਦਾ ਵਿਕੇਗਾ। ਸੋ ਕੁੱਲ ਮਿਲਾ ਕੇ ਇਹ ਹੈ। ਲੇਕਿਨ ਜਿਹੜਾ ਛੁਣਾ ਫੜਾਇਆ वो कह रहे हैं देखो मोदी ने कैसे चीन में घुस के सर्जिकल स्ट्राइक कर दिया और चीन अब कई सालों तक उठ नहीं सकेगा, इतनी फैक्ट्रीज यहाँ वहां की ले आए हैं। और तुसी देखो भी हुण
ਅਸੀਂ ਤਾਂ ਇਹ ਦੇਖ ਰਹੇ ਹਾਂ ਬਹੁਤ ਵਾਰ ਹਲਾ ਚਲੋ ਸੱਚ ਦੀ ਜਿੱਤ ਹੁੰਦੀ ਹੈ, ਰੱਬ ਦੀ ਦਰਗਾਹ 'ਚ ਹੈ ਇਹ, ਲੇਕਿਨ ਕਿਵੇਂ ਝੂਠ ਵੇਚਿਆ ਜਾ ਰਿਹਾ ਹੈ। ਗੱਲ ਇਹ ਨਹੀਂ ਹੈ ਵੀ ਵੇਚਿਆ ਜਾ ਰਿਹਾ ਹੈ, ਕਿਵੇਂ ਉਹ ਵਿਕ ਰਿਹਾ ਹੈ, ਕਿਵੇਂ ਜਿਹੜਾ ਵੱਡਾ ਤਬਕਾ ਹੈ। ਔਰ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਇਹ ਸਾਰੀ ਡਰਾਮੇਬਾਜ਼ੀ ਕਰਕੇ ਵੀ ਜਦੋਂ ਤੱਕ ਵੇਲਾ ਆਣਾ ਚੋਣਾਂ ਦਾ ਸਟੇਟਾਂ ਦੇ ਵਿੱਚ, ਉਦੋਂ ਤੱਕ ਕੋਈ ਨਾ ਕੋਈ ਹੋਰ ਜਿਹੜਾ ਉਹ ਛੁਣਛੁਣਾ ਫੜਾ ਦੇਣਗੇ ਤੇ ਲੋਕਾਂ ਨੂੰ ਪਿਛਲਾ ਭੁੱਲ ਜਾਂਦਾ ਹੈ ਕਿ ਭਾਈ ਕਿਹਨੇ ਕੀ ਕੀਤਾ ਸੀ। ਜੇ ਭੁੱਲਿਆ ਨਾ ਹੁੰਦਾ ਤੇ ਇਹ ਕਾਤਲਾਂ ਦੀ ਜੋੜੀ ਜਿਹੜੀ ਹੈ ਮੋਦੀ ਔਰ ਅਮਿਤ ਸ਼ਾਹ ਦੀ, ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਡੋਲਿਆ, ਪੰਜਾਬ ਦੇ ਵਿੱਚ ਜਿੱਥੇ ਸੁਖਬੀਰ ਬਾਦਲ ਵਰਗਾ ਟੁਚਾ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰ ਰਿਹਾ ਕਿ ਜੀ ਮੋਦੀ ਨੇ ਇੰਨੇ ਹਜ਼ਾਰ ਕਰੋੜ ਇੰਨੇ ਲੱਖ ਕਰੋੜ ਦਾ ਰਾਹਤ ਪੈਕੇਜ ਦੇ ਕੇ ਬਹੁਤ, ਔਰ ਪੰਜਾਬ ਦੇ ਪੱਲੇ ਦਵਾਨ। ਉਹਨਾਂ ਨੇ ਕਿਸੇ ਨੇ ਕੱਲ ਕਮੈਂਟ ਕੀਤਾ ਹੈ ਕਿ ਅਮਰਿੰਦਰ ਵੀ ਚੰਡੀਗੜ੍ਹ 'ਚ ਬੈਠਾ ਹੈ, ਦੇਖ ਰਿਹਾ ਸੀ ਕਿ ਜਿਹੜੇ ਟਰੱਕ ਦਿੱਲੀੋਂ ਆਣੇ ਸ਼ਾਇਦ ਪੈਸੇ ਨਾਲ ਭਰ ਕੇ ਆਣ, ਉਹਨੇ ਕਿਹਾ ਜੀ ਉਹ ਖਾਲੀ ਤੁਰੇ ਆਉਂਦੇ ਨੇ। ਦੀਵਾਨੀ ਕਿਸੇ ਸਟੇਟ ਨੂੰ, ਇਹੀ ਗੱਲ ਮਮਤਾ ਬੈਨਰਜੀ ਨੇ ਕਹੀ ਹੈ ਕਿ ਕਿਸੇ ਸਟੇਟ ਦੇ ਪੱਲੇ ਕੋਈ ਨਹੀਂ, ਮਜ਼ਦੂਰਾਂ ਦੇ ਪੱਲੇ ਕੋਈ ਨਹੀਂ, ਆਮ ਲੋਕਾਂ ਨੂੰ ਕੁਝ ਨਹੀਂ ਦਿੱਤਾ ਗਿਆ, ਪਰ ਫਿਰ ਵੀ ਤੁਸੀਂ ਕਹੀ ਜਾਓ ਕਿ ਜੀ ਸਾਡਾ ਭਲਵਾਨ ਜਿੱਤ ਗਿਆ, ਸਾਡਾ ਭਲਵਾਨ ਜਿੱਤ ਗਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡਾ ਵਾਹ ਇਹਨਾਂ ਝੂਠਿਆਂ ਦੀ ਹਕੂਮਤ ਨਾਲ ਹੈ। ਪਰ ਇਸ ਮੈਂ ਕੰਕਲੂਡ ਕਰਨ ਤੋਂ ਪਹਿਲਾਂ ਕਹਿ ਦਿਆਂ ਕਿ ਇਹ ਜਦੋਂ ਝੂਠ ਬੋਲਣ ਦੀ ਜਿਹਨੂੰ ਲੱਤ ਹੁੰਦੀ ਹੈ, ਬੇਸ਼ੱਕ ਝੂਠ ਵਿਕਦਾ ਹੈ, ਕਈ ਵਾਰ ਜ਼ਿਆਦਾ ਸਮਾਂ ਵੀ ਵਿਕਦਾ ਹੈ, ਪਰ ਇੱਕ ਗੱਲ ਦਾ ਧਿਆਨ ਰਿਹਾ ਕਿ ਫਿਰ ਉਹ ਝੂਠਾ ਆਪਣੇ ਝੂਠ ਤੇ ਖੁਦ ਵੀ ਯਕੀਨ ਕਰਨ ਲੱਗ ਜਾਂਦਾ ਹੈ ਤੇ ਉਹ ਉਹਦਾ ਐਂਡ ਹੁੰਦਾ ਹੈ, ਉਹ ਉਹਦਾ ਅੰਤ ਹੁੰਦਾ ਹੈ। ਸੋ ਮੈਨੂੰ ਇਹ ਲੱਗਦਾ ਵੀ ਉਸ ਫਾਈਨਲ ਪੜਾਅ ਤੇ ਪਹੁੰਚ ਗਏ ਨੇ ਕਿ ਇਹ ਹੁਣ ਆਪਣੇ ਝੂਠ ਤੇ ਵੀ ਜਿਹੜਾ ਖੁਦ ਯਕੀਨ ਕਰਨ ਲੱਗ ਗਏ ਨੇ, ਔਰ ਅਲਟੀਮੇਟਲੀ ਇਸ ਚੋਂ ਹੀ ਇਹਨਾਂ ਦਾ ਐਂਡ ਹੋਣਾ। ਇਹ ਗੱਲ ਜਿਹੜੀ ਹੈ ਉਹ ਬਿਲਕੁਲ ਨਿਸ਼ਚੈਵਾਚਕ ਸੱਚ ਹੈ, ਅਲਟੀਮੇਟ ਟਰੂਥ। ਜੀ ਡਾਕਟਰ ਸਾਹਿਬ, ਦੂਸਰੇ ਇਸ਼ੂ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।